ਉਦੋਂ ਤੁਸੀਂ ਸਹੁਰੇ ਪਿੰਡ ਕਿਉਂ ਨਹੀਂ ਰਹੇ? ਪੇਕੇ ਜਾਣਾ ਇਹੋ ਜਿਹੀ ਕੀ ਮਜਬੂਰੀ ਬਣ ਗਈ ਸੀ? ਮੇਰੇ ਦਿਓਰ ਤੇ ਮੇਰੇ ਸਹੁਰਾ ਮੈਨੂੰ ਤੰਗ ਕਰਦੇ ਸੀ ਜ਼ਿਆਦਾ। ਨਰਕੀ ਕੱਟੇਗਾ 22-23 ਸਾਲ ਜੀ। ਆਪਦੀ ਜ਼ਿੰਦਗੀ ਨੂੰ ਬਸ ਐਂ ਵੀ ਇੱਕ ਦੁਨੀਆ ਤੇ ਫਿਰਦੇ ਆਂਗੇ ਬਸ। ਲੀਡਰ ਵੀ ਆਉਂਦੇ ਜਾਂਦੇ ਰਹੇ, ਬਹੁਤ ਰਹੇ, ਕਹਿਣਗੇ ਵੀ ਕੋਈ ਨਾ ਤੂੰ ਭਰੋਸਾ ਰੱਖ, ਤੇਰੇ ਬੱਚਿਆਂ ਨੂੰ ਨੌਕਰੀ ਮਿਲੂਗੀ। ਵੀਹ 22 ਸਾਲਾਂ ਦੇ ਸਫ਼ਰ ਦੇ ਵਿੱਚ ਕਦੇ ਪਿੰਡ ਤੁਹਾਨੂੰ ਲੈਣ ਨਹੀਂ ਗਿਆ ਹੈਗਾ? ਨਾ ਜੀ, ਕੋਈ ਨਹੀਂ ਸਾਡੇ ਕੋਲੇ ਮੰਗਰ ਗਈ ਨਹੀਂ ਕੋਈ ਵੀ। ਵੋਟਾਂ ਵੇਲੇ ਜ਼ਰੂਰ ਜਾਂਦੀ, ਜਦੋਂ ਸਰਪੰਚੀ ਦੀਆਂ ਵੋਟਾਂ ਪਾਉਂਦੇ ਉਦੋਂ ਮੈਨੂੰ ਜ਼ਰੂਰ ਕਹਿ ਕੇ ਆਉਂਦੇ ਵੀ ਸਾਨੂੰ ਵੋਟ ਪਾ ਕੇ ਆਈ। ਸਭ ਦੀ ਵਾਅਦਾ ਖਿਲਾਫੀ ਹੋਈ ਹੈ। ਕੋਈ ਸਾਡੇ ਨਾਲ ਕਿਸੇ ਵੀ ਅਸੀਂ ਫੀਲਡ 'ਚ ਗਏ ਆ, ਕਿਤੇ ਸਾਡੇ ਨਾਲ ਨਿਆਂ ਨਹੀਂ ਹੋਇਆ। ਵੀ ਹੁਣ ਸੌਖੀ ਜ਼ਿੰਦਗੀ ਮਿਲ ਜੇ, ਕੋਈ ਸਰਕਾਰ ਸਾਡੀ ਸੁਣ ਲੈ, ਮੇਰੇ ਬੱਚਿਆਂ ਨੂੰ ਨੌਕਰੀ ਦੇਵੇ। ਮਹਿਕਮਾ ਹੈ, ਇਹ ਸੈਂਟਰ ਦਾ ਮਹਿਕਮਾ ਹੈ ਜੀ। ਇਹ 'ਚ ਅਸੀਂ ਕੁਝ ਨਹੀਂ ਕਰ ਸਕਦੇ ਜੀ। ਸਾਨੂੰ ਇਹ ਗੱਲ ਕਹਿ ਕੇ ਉਹਨਾਂ ਨੇ ਪੱਲਾ ਝਾੜਤਾ ਸੀ ਇਸ ਚੀਜ਼ ਅੰਦਰੋਂ। ਵੀ ਆਰਮੀ ਰਿਕਾਰਡ ਮੁਤਾਬਕ ਮੇਰੇ ਫਾਦਰ ਸਾਹਿਬ 96 'ਚ ਇੱਕ ਰਕਸ਼ਕ ਕੈਂਪ 'ਚ ਸ਼ਹੀਦ ਹੋਏ ਨੇ, ਇੱਕ ਮਿਸ਼ਨ ਦੇ ਵਿੱਚੋਂ। ਜੀ। ਵੀ ਕੀ ਗੱਲ ਸਾਡੀ ਇੰਨੀ ਸਾਡੀ ਪਿਓਰ ਪੈਟਰੋਟੀ ਨਹੀਂ ਬਣਦੀ ਵੀ ਅਸੀਂ ਇੱਕ ਆਪਦੀ ਸੂਬਾ ਸਰਕਾਰ ਤੋਂ ਜੌਬ ਲਈ ਕੁਐਸਚਨ ਕਰ ਸਕੀਏ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁੱਖੀ ਮਘਾਣੀਆਂ ਸਰਲੇਖ ਦੀ ਟੀਮ ਦੇ ਨਾਲ ਪਹੁੰਚਿਆ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖਡਾਲ ਵਿਖੇ। ਅੱਜ ਤੁਹਾਨੂੰ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਸ਼ਹੀਦ ਹੋਏ ਫੌਜੀ ਦੀ ਗਾਥਾ, ਸ਼ਹੀਦ ਹੋਣ ਵਾਲਾ ਸਰਦਾਰ ਗੁਰਦੇਵ ਸਿੰਘ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਰ ਉਸ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਕੁਝ ਬੀਤਿਆ, ਸਰਕਾਰਾਂ ਦੇ ਲਾਏ ਹੋਏ ਲਾਰੇ ਜੋ ਅਜੇ ਤੱਕ 20-22 ਸਾਲਾਂ ਦੇ ਸਫ਼ਰ ਦੌਰਾਨ ਵੀ ਰਾਸ ਨਾ ਆਏ। ਸੋ ਗੱਲ ਕਰਦੇ ਹਾਂ ਸ਼ਹੀਦ ਗੁਰਦੇਵ ਸਿੰਘ ਜੀ ਪਤਨੀ ਦੇ ਨਾਲ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਕੀ ਨਾਮ ਹੈ ਆਪਣਾ? ਚਰਨਜੀਤ ਕੌਰ। ਮਾਤਾ ਜੀ, ਜਦੋਂ ਤੁਹਾਡੇ ਪਤੀ ਸ਼ਹੀਦ ਹੁੰਦੇ ਨੇ, ਹਾਂਜੀ, ਉਦੋਂ ਤੁਹਾਡੇ ਜਿਹੜੀ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ? 91 'ਚ ਹੋਇਆ ਸਾਡਾ ਵਿਆਹ, 96 'ਚ ਸ਼ਹੀਦ ਹੋਏ। 4-5 ਸਾਲਾਂ 91 ਦੇ ਵਿੱਚ ਵਿਆਹ ਹੋਇਆ ਸੀ। ਹਾਂ, 7 ਜੂਨ ਨੂੰ। 5 ਸਾਲਾਂ ਬਾਅਦ ਹਾਂ। ਤੇ ਉਹਨਾਂ ਦੀ ਜਿਹੜਾ ਉਹ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ। ਜਦੋਂ ਸ਼ਹੀਦੀ ਪ੍ਰਾਪਤ ਕੀਤੀ, ਹਾਂਜੀ, ਕੁਝ ਸਾਲਾਂ ਬਾਅਦ ਬੇਸ਼ੱਕ ਅਸੀਂ ਮਾਣ ਕਰਦੇ ਹਾਂ ਹਾਂਜੀ, ਕਿ ਮੈਂ ਇੱਕ ਸ਼ਹੀਦ ਦੀ ਵਿਧਵਾ ਔਰਤ ਹਾਂ, ਹਨਾ। ਹਾਂਜੀ, ਸਾਡੇ ਸਮਾਜ ਦੇ ਵਿੱਚ ਵੀ ਸਾਡਾ ਸਿਰ ਉੱਚਾ ਹੁੰਦਾ ਹੈ, ਹਾਂਜੀ। ਪੂਰਾ ਦੇਸ਼ ਮਾਣ ਕਰਦਾ ਹੈ। ਹਾਂਜੀ। ਤੁਸੀਂ ਉਦੋਂ ਕੀ ਮੈਸੇਜ ਕਰਦੇ ਸੀ?
ਉਦੋਂ ਅਸੀਂ ਕਰਦੇ ਸੀ ਵੀ ਲੰਮੀ ਐਡੀ ਜ਼ਿੰਦਗੀ ਆ ਵੀ ਇਹਦੇ ਸਿਰ ਤੇ ਕੱਟਾਂਗੇ, ਬਾਹਰ ਦੇਸ਼ ਦੀ ਰਾਖੀ ਕੀਤੀ ਆ, ਬੱਚਿਆਂ ਵਾਸਤੇ ਕੀਤੀ ਆ, ਸਾਡੇ ਵਾਸਤੇ ਕੀਤੀ ਆ, ਆਪਦੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈਗੀ ਜੀ। ਵੀ ਇਹਦੀ ਪੱਗ ਨੂੰ ਦਾਗ ਨਹੀਂ ਲਾਉਣਾ, ਵੀ ਆਪਦਾ ਟਾਈਮ ਕੱਢਣਾ ਗਾ। ਜਦੋਂ ਫਿਰ 5 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਸੁਨੇਹਾ ਮਿਲਦਾ ਹੈ ਕਿ ਤੁਹਾਡੇ ਪਤੀ ਕਸ਼ਮੀਰ ਦੀਆਂ ਘਾਟੀਆਂ ਦੇ ਵਿੱਚ ਦੁਸ਼ਮਣਾਂ ਨਾਲ ਲੜਾਈ ਲੈਂਦੇ ਹੋਏ ਸ਼ਹੀਦ ਹੋ ਜਾਂਦੇ ਨੇ, ਫਿਰ ਉਦੋਂ ਘਰ ਪਰਿਵਾਰ ਨੇ, ਸਮਾਜ ਨੇ ਤੁਹਾਡੇ ਦਬਦਬਾ ਨਹੀਂ ਬਣਾਇਆ ਹੈਗਾ ਵੀ ਭਾਈ ਕਿਤੇ ਵਿਆਹ ਕਰਵਾ ਲੈ? ਬਹੁਤ ਕਹਿੰਦੇ ਵੀ ਸੀ ਵਿੱਚੇ, ਕਹਿੰਦੇ ਵੀ ਮੇਰੀ ਸੱਸ ਸਹੁਰੇ ਨੂੰ ਵੀ ਐਂ ਸੀ ਵੀ ਜਵਾਕਾਂ ਨੂੰ ਛੱਡ ਕੇ ਵਗ ਜੇ, ਵੀ ਸਾਰਾ ਕੁਝ ਸਾਡੇ ਹੀ ਬਣ ਜੇ ਤੇ ਵੀ ਕਿਤੇ ਆਪਦੀ ਰੋਟੀ ਪੈ ਜੇ, ਜਵਾਕ ਸਾਡੇ ਸਾਨੂੰ ਦੇ ਦੇ। ਮੈਂ ਕਿਹਾ ਮੇਰੇ ਜਵਾਕਾਂ ਨੂੰ ਉਹ ਤਾਂ ਧੱਕਾ ਦੇਗਾ, ਮੈਂ ਨਹੀਂ ਦੇਣਾ ਜੀ। ਵੀ ਮੈਂ ਤਾਂ ਆਪਦੀ ਸਾਰੀ ਜ਼ਿੰਦਗੀ ਇੱਦਾਂ ਹੀ ਕੱਢੂੰਗੀ ਜੀ। ਮੈਂ ਤਾਂ ਆਪਦੀ ਇੱਜ਼ਤ ਰੱਖੀ ਪੱਲੇ, ਆਪਦੇ ਬੱਚਿਆਂ ਨੂੰ ਆਪਦੇ ਪੇਕੇ ਪਿੰਡ ਲੈ ਗਈ, ਪਰਿਵਾਰ ਇੱਥੇ ਧੱਕਾ ਕਰੀ ਗਏ। ਮੈਂ ਕੁਝ ਸਾਲਾਂ ਬਾਅਦ ਆਪਦੇ ਪੇਕੇ ਪਿੰਡ ਚਲੀ ਗਈ। ਉਸ ਤੋਂ ਬਾਅਦ ਮੈਂ 20-22 ਸਾਲਾਂ ਬਾਅਦ ਅਸੀਂ 2020 ਦੇ ਵਿੱਚ ਆਏ ਆਂਗੇ। ਫਿਰ ਅਸੀਂ ਮਕਾਨ ਬਣਾਇਆ, ਜਿਹੜਾ ਕੋਈ ਮਾੜਾ ਮੋਟਾ ਜੁੜਿਆ ਕਤਰਿਆ ਅਸੀਂ ਮਕਾਨ ਬਣਾ ਲਿਆ। ਸਰਕਾਰਾਂ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ। ਪਰ ਜਵਾਨੀ ਦੇ ਵਿੱਚ ਤੁਸੀਂ ਵਿਧਵਾ ਹੋਏ, ਪੇਕੇ ਪਰਿਵਾਰ ਦਾ ਉਦੋਂ ਕੀ ਪੇਕਾ ਪਰਿਵਾਰ ਤੁਹਾਡਾ ਕਿੱਥੇ ਹੈ, ਕਿਹੜਾ ਪਿੰਡ ਹੈ? ਮੇਰਾ ਪੇਕਾ ਪਰਿਵਾਰ ਰੋਜਾਂ ਵਾਲੀ। ਉਹਨਾਂ ਨੇ ਨਹੀਂ ਕਿਹਾ ਵੀ ਭਾਈ ਕੁੜੀਏ ਤੇਰਾ ਅਸੀਂ ਵਿਆਹ ਕਰ ਦਿੰਦੇ ਆ ਜਾਂ ਕੋਈ ਹੋਰ? ਨਾ, ਮੇਰੇ ਭੈਣ ਭਾਈਆਂ ਨੇ ਕੁਝ ਨਹੀਂ ਕਿਹਾ। ਮੇਰੇ ਭੈਣ ਭਾਈ ਕਹਿੰਦੇ ਵੀ ਰੱਬ ਦਾ ਟਾਈਮ ਪਾਇਆ, ਮਾਂ ਬਾਪ ਇੱਕ ਵਾਰੀ ਹੀ ਜਨਮ ਦਿੰਦਾ ਹੁੰਦਾ, ਵਾਰ-ਵਾਰ ਤਾਂ ਨਹੀਂ ਕੋਈ ਦਿੰਦਾ ਹੁੰਦਾ, ਤੇ ਵੀ ਜਿਹੜਾ ਵਕਤ ਪਿਆ ਉਹ ਕੱਟੋ ਤੁਸੀਂ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 2 ਕਾਕੇ ਨੇ ਜੀ। ਜਦੋਂ ਇਹਨਾਂ ਦੀ ਸ਼ਹੀਦੀ ਹੁੰਦੀ ਹੈ ਹਾਂਜੀ। ਉਦੋਂ ਵੱਡਾ ਬੇਟਾ ਕਿੰਨੇ ਕੁ ਸਾਲ ਦਾ ਸੀ, ਛੋਟਾ ਕਿੰਨੇ ਦਾ ਸੀ? ਵੱਡਾ ਬੇਟਾ 2.5 ਸਾਲ ਦਾ ਸੀ, ਛੋਟਾ 1 ਸਾਲ ਦਾ ਸੀ। 2 ਛੋਟੇ ਬੱਚੇ। ਹਾਂਜੀ। ਫਿਰ 1996 ਤੋਂ ਲੈ ਕੇ ਅੱਜ 2021 ਹੈ। ਹਾਂਜੀ। ਇੰਨਾ ਲੰਮਾ ਸਫ਼ਰ ਤੁਸੀਂ ਕਿਵੇਂ ਹੰਢਾਇਆ ਫਿਰ? ਬਸ ਐਵੇਂ ਦੁੱਖਾਂ ਤਕਲੀਫਾਂ ਨਾਲ ਲੰਘ ਗਿਆ, ਭੈਣਾਂ ਭਾਈਆਂ ਦੇ ਆਸਰੇ ਨਾਲ ਲੰਘ ਗਿਆ। ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਭੈਣ ਭਾਈਆਂ ਨੇ ਮੇਰਾ ਕਿੰਨਾ ਕੁ ਟਾਈਮ ਕਟਾਤਾ। ਜੀ। ਬਸ ਮੇਰਾ ਤਾਂ ਜੀ ਇਹੀ ਅਰਦਾਸ ਆ ਵੀ ਹੁਣ ਸੌਖੀ ਜ਼ਿੰਦਗੀ ਮਿਲ ਜੇ, ਕੋਈ ਸਰਕਾਰ ਸਾਡੀ ਸੁਣ ਲੈ, ਮੇਰੇ ਬੱਚਿਆਂ ਨੂੰ ਨੌਕਰੀ ਦੇਵੇ ਜੀ। ਤੇ ਮੇਰੇ ਬੱਚਿਆਂ ਦਾ ਕੁਝ ਬਣੇ। ਉਸ ਟਾਈਮ ਸਰਕਾਰਾਂ ਕਹਿੰਦੀਆਂ ਵੀ ਸੀ ਵੀ ਤੈਨੂੰ ਨੌਕਰੀ ਤੇ ਲਵਾ ਦੇਣਾ। ਮੈਂ ਘੱਟ ਪੜ੍ਹੀ ਹੋਣ ਕਾਰਨ ਨਹੀਂ ਲੱਗੀ ਨੌਕਰੀ ਤੇ। ਜੀ। ਤੇ ਵੀ ਮੈਂ ਸੋਚਿਆ ਵੀ ਮੇਰੇ ਬੱਚੇ ਪੜ੍ਹਨਗੇ, ਮੇਰੇ ਬੱਚੇ ਵੱਡੇ ਹੋ ਕੇ ਸਰਕਾਰ ਮੇਰੇ ਬੱਚਿਆਂ ਨੂੰ ਨੌਕਰੀ ਦੇਊਗੀ। ਅਜੇ ਤੱਕ ਕੋਈ ਸਾਡੀ ਸਰਕਾਰ ਨੇ ਸੁਣੀ ਨਹੀਂ, ਨਾ ਕੋਈ ਮੇਰੇ ਬੱਚੇ ਨੂੰ ਨੌਕਰੀ ਦਿੱਤੀ। ਸ਼ਹੀਦੀ ਹੁੰਦੀ ਹੈ ਤਾਂ ਬਹੁਤ ਸਾਰੇ ਪ੍ਰਸ਼ਾਸਨ ਅਧਿਕਾਰੀ, ਹਾਂ ਵੀਰੇ ਆਏ ਸੀ, ਸਿਆਸਤਦਾਨ ਇੱਥੇ ਪਹੁੰਚੇ ਹੋਣਗੇ। ਹਾਂਜੀ। ਜਦੋਂ ਭੋਗ ਦੀ ਰਸਮ ਹੁੰਦੀ ਆ ਸਾਡੇ, ਤੇ ਉਦੋਂ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਹੋਣਗੇ ਤੁਹਾਨੂੰ। ਕੋਈ ਇਸ ਤਰ੍ਹਾਂ ਦੇ ਜਿਹੜੀ ਨੌਕਰੀ ਦੇਣ ਦਾ ਵਾਅਦਾ ਕਿਸੇ ਨੇ ਕੀਤਾ ਸੀ? ਹਾਂਜੀ ਬਹੁਤ। ਉਦੋਂ ਸਾਰੀ ਉਹ ਘਟਨਾ ਦੱਸੋ ਵੀ ਕੀ ਵਾਪਰਿਆ ਸੀ ਉਦੋਂ? ਉਦੋਂ ਸਾਡੇ ਵੀਰੇ ਜਦੋਂ ਵੀ ਸ਼ਹੀਦ ਹੋ ਕੇ ਘਰੇ ਆ ਗਏ, ਉਦੋਂ ਬਾਅਦ ਸਾਡੇ ਬਹੁਤ ਆਉਂਦੇ ਜਾਂਦੇ ਰਹੇ, ਰੀਡਰ ਵੀ ਆਉਂਦੇ ਜਾਂਦੇ ਰਹੇ, ਬਹੁਤ ਰਹੇ। ਕਹਿਣਗੇ ਵੀ ਕੋਈ ਨਾ ਤੂੰ ਭਰੋਸਾ ਰੱਖ, ਤੇਰੇ ਬੱਚਿਆਂ ਨੂੰ ਨੌਕਰੀ ਮਿਲੂਗੀ। ਫਿਰ ਮੇਰੇ ਦਿਓਰ ਨੂੰ ਦੇਣ ਲੱਗੇ ਪੁਲਿਸ ਦਾ ਨੰਬਰ। ਮੈਂ ਸੋਚਿਆ ਵੀ ਮੇਰੇ ਬੱਚਿਆਂ ਨੂੰ ਨਹੀਂ ਮਿਲੀ ਨੌਕਰੀ। ਫਿਰ ਮੈਂ ਉੱਥੇ ਵੀ ਨਾ ਸਾਈਨ ਕੀਤੇ। ਮੈਂ ਆਖਿਆ ਸਰਕਾਰ ਮੇਰੇ ਬੱਚਿਆਂ ਨੂੰ ਨੌਕਰੀ ਦੇਊਗੀ ਜੇ ਮੈਂ ਕੁਛ ਨਾ ਲੈਤਾ ਸਰਕਾਰ ਤੋਂ। ਸਾਨੂੰ ਕੋਈ ਸਹੂਲਤ ਵੀ ਨਹੀਂ ਸਰਕਾਰ ਨੇ ਦਿੱਤੀ, ਨਾ ਕੋਈ ਸਾਨੂੰ ਪੈਟਰੋਲ ਪੰਪ ਦਿੱਤਾ, ਨਾ ਕੋਈ ਸਾਨੂੰ ਗੈਸ ਸਿਲੰਡਰ ਏਜੰਸੀ ਦਿੱਤੀ। ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੈਗਾ। ਉਦੋਂ ਇਹ ਵਾਅਦੇ ਕੀਤੇ ਸੀ? ਹਾਂ, ਉਦੋਂ ਸਾਨੂੰ ਵਾਅਦੇ ਕੀਤੇ ਸੀ ਸਾਰੇ। ਤੁਹਾਡੇ ਸਰਦਾਰ ਗੁਰਦੇਵ ਸਿੰਘ ਨੂੰ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ, ਉਹਨਾਂ ਦੇ ਬਦਲੇ ਤੁਹਾਨੂੰ ਇਹ ਵਾਅਦਾ ਕੀਤਾ ਸੀ ਵੀ ਪੈਟਰੋਲ ਪੰਪ ਮਿਲ ਸਕਦਾ ਹੈ, ਕੋਈ ਏਜੰਸੀ ਮਿਲ ਜਾਂ ਇਸ ਤਰ੍ਹਾਂ ਦੀ? ਹਾਂ, ਉਦੋਂ ਸਾਨੂੰ ਕਿਹਾ ਸੀ, ਉਦੋਂ ਤਾਂ ਅਫਸਰਾਂ ਨੇ ਵੀ ਕਿਹਾ ਸੀ ਵੀ ਤੁਸੀਂ ਮੌਜ ਨਾਲ ਬੈਠੇ ਖਾਓ, ਗੈਸ ਸਿਲੰਡਰਾਂ ਏਜੰਸੀ ਤੁਹਾਡੇ ਨਾਂ 'ਤੇ ਕਰ ਦਾਂਗੇ ਜੀ। ਤੇ ਤੁਹਾਡੇ ਨਾਂ 'ਤੇ ਜੇ ਤੁਸੀਂ ਉਹ ਵੀ ਦੂਰ ਚਾਹੁੰਦੇ ਹੋ, ਤੁਹਾਡੇ ਨੇੜੇ ਕੋਈ ਪੈਟਰੋਲ ਪੰਪ ਲਾ ਕੇ ਦੇ ਦਾਂਗੇ ਤੁਹਾਨੂੰ। ਤੁਸੀਂ ਬੰਦੇ ਰੱਖਿਓ ਉੱਥੇ, ਆਪਦਾ ਮੌਜ ਨਾਲ ਬੈਠੇ ਖਾਓ। ਸਾਡੀ ਕਿਸੇ ਨੇ ਫਿਰ ਮਗਰੋਂ ਬਾਤ ਨਹੀਂ ਪੁੱਛੀ। ਕੁਝ ਯਾਦ ਹੈ ਉਸ ਸਮੇਂ ਕਿਹੜੇ ਲੀਡਰ ਆਏ ਸੀ ਜਾਂ ਕਿਹੜੀ ਪਾਰਟੀ ਦਾ? ਕੋਈ ਉਦੋਂ ਉਸ ਟਾਈਮ ਦਾ ਯਾਦ ਹੋਵੇ ਕੋਈ? ਉਸ ਟਾਈਮ ਤਾਂ ਕੋਈ ਯਾਦ ਹੀ ਨਹੀਂ, ਵੀ ਪਤਾ ਹੀ ਨਹੀਂ ਲੱਗਦਾ ਸੀ। ਉਦੋਂ ਉਮਰ ਛੋਟੀ ਸੀ, ਵੀ ਮੈਨੂੰ ਐਂ ਨਹੀਂ ਪਤਾ ਲੱਗਿਆ ਵੀ ਕਿਹੜੇ ਕਿਹੜੇ ਆਏ ਸੀ। ਆਏ ਬਥੇਰੇ ਸੀ, ਫਿਰ ਮੈਨੂੰ ਐਂ ਨਹੀਂ ਪਤਾ ਲੱਗਿਆ। ਉਦੋਂ ਮੇਰੀ ਉਮਰ ਹੀ ਬਹੁਤ ਛੋਟੀ ਸੀਗੀ, 22 ਸਾਲਾਂ ਦੀ ਉਮਰ ਸੀ ਮੇਰੀ। ਉਦੋਂ ਮੈਨੂੰ ਬਸ ਦਿਮਾਗ ਤੇ ਹੀ ਨਹੀਂ ਰਿਹਾ ਵੀ ਕੀ ਬਣ ਗਿਆ। ਮੈਨੂੰ ਤਾਂ ਹੀ ਹੋ ਗਿਆ ਵੀ ਆਹ ਕੀ ਪਾਣਾ ਪਰ ਗਿਆ। ਅਜੇ ਦੁੱਖ ਤਕਲੀਫ ਕਦੇ ਦੇਖੀ ਨਹੀਂ ਸੀ। 1 ਲੱਖ ਤਾਂ ਕਿ ਪਹਾੜ ਡਿੱਗ ਗਿਆ ਉੱਤੇ। ਫਿਰ ਬਸ ਦਿਮਾਗ ਨੇ ਨਹੀਂ ਕੰਮ ਕੀਤਾ। ਜੇ ਦਿਮਾਗ ਕੰਮ ਕਰਦਾ ਤਾਂ ਕੁਛ ਨਾ ਕੁਛ ਉਹਦੀ ਮੰਗਦੇ, ਉਹਦੀ ਬਣਾਉਂਦੇ ਆਪਦੇ ਬੱਚਿਆਂ ਦਾ ਵੀ ਸਾਡਾ ਤਾਂ ਜੀ ਹੁਣ ਹੀ ਬਣਾਓ ਕੁਛ ਨਾ ਕੁਛ। ਮੈਂ ਆਪ ਹੀ ਨੌਕਰੀ ਤੇ ਲੱਗ ਜਾਂਦੀ। ਚੱਲ ਆਪ ਹੀ ਲੱਗ ਜਾਂਦੀ, ਆਪਦੇ ਬੱਚਿਆਂ ਨੂੰ ਤਾਂ ਚੰਗੀ ਸਹੂਲਤਾਂ ਦੇ ਪਾਉਂਦੀ, ਨਾਲ ਦੁਨੀਆਦਾਰੀ ਚੰਗੀ ਦੇਖਦੀ ਜੀ। ਨਰਕੀ ਕੱਟੇਗਾ 22-23 ਸਾਲ ਜੀ ਆਪਦੀ ਜ਼ਿੰਦਗੀ ਨੂੰ। ਬਸ ਆਇਆ ਵੀ ਇੱਕ ਦੁਨੀਆ ਤੇ ਫਿਰਦੇ ਆਂਗੇ ਬਸ ਜੀ, ਨਰਕ ਦੇ ਵਿੱਚ ਹੀ ਜਿਵੇਂ 22-23 ਸਾਲ। ਮਤਾ ਜੀ 1996 ਦੇ ਵਿੱਚ 91 ਤੁਹਾਡਾ ਵਿਆਹ ਹੁੰਦਾ ਹੈ। ਹਾਂਜੀ। 96 ਚ ਸਰਦਾਰ ਗੁਰਦੇਵ ਸਿੰਘ ਸ਼ਹੀਦ ਹੁੰਦੇ ਨੇ। ਹਾਂਜੀ। ਤੇ ਉਦੋਂ ਫਿਰ ਜਦੋਂ ਸ਼ਹੀਦੀ ਪ੍ਰਾਪਤ ਕੀਤੀ, ਉਦੋਂ ਤੁਸੀਂ ਸਹੁਰੇ ਪਿੰਡ ਕਿਉਂ ਨਹੀਂ ਰਹੇ? ਪੇਕੇ ਜਾਣਾ ਇਹੋ ਜਿਹੀ ਕੀ ਮਜਬੂਰੀ ਬਣ ਗਈ ਸੀ?
ਮੇਰੇ ਦਿਓਰ ਤੇ ਮੇਰੇ ਸਹੁਰਾ ਮੈਨੂੰ ਤੰਗ ਕਰਦੇ ਸੀ ਜ਼ਿਆਦਾ, ਮੇਰੇ ਨਾਲ ਲੜਾਈ ਝਗੜਾ ਰੱਖਦੇ ਸੀ ਵੀ ਮੇਰੇ ਦਿਓਰ ਨੂੰ ਐ ਹੋਗਾ ਮੈਨੂੰ ਨੰਬਰ ਨਹੀਂ ਲੈਣ ਦਿੱਤਾ, ਬਸ ਮੇਰੇ ਸਹੁਰੇ ਨੂੰ ਸਿਖਾ ਦਿਆ ਕਰੇ, ਸ਼ਰਾਬ ਪੀਂਦਾ ਸੀ ਮੇਰਾ ਸਹੁਰਾ, ਮੇਰੇ ਨਾਲ ਲੜਾਈ ਲੜੂਈ ਰੱਖੀ ਜੀ। ਮੇਰੀ ਮੰਮੀ ਆ ਗਈ, ਮੇਰੀ ਮੰਮੀ ਕਹਿੰਦੀ ਵੀ ਸਾਥੋਂ ਭਾਈ ਲੜਿਆ ਨਹੀਂ ਜਾਂਦਾ, ਰੋਜ਼ ਜਾਇਆ ਨਹੀਂ ਜਾਂਦਾ, ਤੂੰ ਸਾਡੇ ਨਾਲ ਚੱਲ। ਚੱਲ ਮੈਂ ਆਪਦੇ ਪਿੰਡ ਵਾਗੀ, ਨਾ ਮੈਂ ਮੰਦਾ ਆਖਿਆ ਨਾ ਮੈਂ ਚੰਗਾ ਆਖਿਆ, ਨਾ ਕੋਈ ਮੈਨੂੰ ਕੁਛ ਦਿੱਤਾ, ਬਸ ਜਿਵੇਂ ਮੈਂ ਆਈ ਸੀ ਮੈਂ ਉੱਠ ਕੇ ਆਪਦੇ ਪਿੰਡ ਆਪਦੀ ਮਾਂ ਨਾਲ ਵਾਗੀ, ਮੁੜ ਕੇ ਅਸੀਂ ਆਏ ਨਹੀਂ ਉਰੇ। ਜੀ। ਮੈਂ ਆਪਦੇ ਬੱਚਿਆਂ ਨੂੰ ਪਾਲਿਆ ਪਲੋਸਿਆ ਪੜਾਇਆ ਵੀ 12 ਤੱਕ ਉੱਥੇ ਹੈਗਾ, ਸਾਰਾ ਕੁਝ ਕਰਾਇਆ ਹੈਗਾ ਜੀ। ਨਾ ਸਾਡੀ ਸਰਕਾਰ ਨੇ ਮੁੜ ਕੇ ਐ ਪੁੱਛਿਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਜੀ। ਨਾ ਸਾਨੂੰ ਐ ਪੁੱਛਿਆ ਵੀ ਤੁਹਾਡੇ ਔਖੇ ਹੋ ਕਿ ਤੁਸੀਂ ਸੌਖੇ ਹੋ, ਕੋਈ ਸਰਕਾਰ ਨੇ ਸਾਡੀ ਮੁੜ ਕੇ ਸੁਣੀਓ ਨਹੀਂ। ਇਸ 20-22 ਸਾਲਾਂ ਦੇ ਲੰਮੇ ਵਕਤ ਵਿੱਚ ਕੋਈ ਦੁਬਾਰੇ ਤੁਹਾਡੇ ਕੋਲੇ ਕੋਈ ਅਧਿਕਾਰੀ ਪਹੁੰਚਿਆ ਤੁਹਾਡੀ ਸਾਰ ਲੈਣ ਵਾਸਤੇ ਕਦੇ? ਨਾ ਜੀ, ਕੋਈ ਨਹੀਂ ਪਹੁੰਚਿਆ। ਆਮ ਤੌਰ ਤੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਹੁੰਦੇ ਨੇ 26 ਜਨਵਰੀ ਦੇ ਉੱਤੇ 15 ਅਗਸਤ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ, ਕੋਈ ਇਸ ਤਰ੍ਹਾਂ ਸਨਮਾਨ ਕਦੇ ਹੋਇਆ? ਨਾ, ਕੋਈ ਸਾਡਾ ਕੋਈ ਪੁੱਛੀ ਨਹੀਂ, ਮਾਨਸਾ ਜ਼ਿਲ੍ਹੇ 'ਚ ਸਾਨੂੰ ਪੁੱਛਦੇ ਨਹੀਂ ਸੀ ਕੋਈ। ਜੀ। ਕਦੇ ਉਹ ਜਦੋਂ ਸ਼ਹੀਦੀ ਵੇਲੇ ਉਦੋਂ ਬਹੁਤ ਸਾਰਾ, ਜਿਵੇਂ ਅੱਜ ਸਰਕਾਰਾਂ ਐਲਾਨ ਕੀਤੇ ਹੋਏ ਨੇ ਵੀ ਕੈਪਟਨ ਸਰਕਾਰ ਕਹਿੰਦੀ ਸੀ 50 ਲੱਖ ਦਿੰਨੇ ਆ ਸ਼ਹੀਦ ਦੇ ਪਰਿਵਾਰ ਨੂੰ, ਕੋਈ ਤੁਹਾਨੂੰ ਉਦੋਂ ਸ਼ਹੀਦੀ ਵੇਲੇ ਕੀ ਮਿਲਿਆ ਸੀ? ਸਾਨੂੰ ਤਾਂ ਉਦੋਂ ਜੀ 4 ਲੱਖ ਰੁਪਏ ਮਿਲਿਆ ਸੀ। 2 ਲੱਖ ਜਿਹੜਾ ਤੁਹਾਡੇ ਕੋਲੇ, ਜਿਹੜੇ ਤੁਹਾਡੇ ਖਾਤੇ ਦੇ ਵਿੱਚ ਜਾਂ ਕਹਿ ਸਕਦੇ ਹੋ ਤੁਹਾਨੂੰ ਕਿੰਨੇ ਪੈਸੇ ਮਿਲੇ ਸੀ? ਸਾਨੂੰ ਬਸ ਇੰਨੀ 4 ਲੱਖ ਰੁਪਏ ਮਿਲਿਆ ਸੀ ਉਦੋਂ, ਤਾਂ 2 ਲੱਖ ਰੁਪਇਆ ਬਾਅਦ 'ਚ ਦਿੱਤਾ, 6 ਲੱਖ ਰੁਪਇਆ ਦਿੱਤਾ ਸਾਨੂੰ ਤਾਂ ਸਾਰਾ ਸਰਕਾਰ ਨੇ, ਇੱਕ ਹੀ ਦਿੱਤੀ ਹੈ ਪੈਨਸ਼ਨ ਬਸ। ਜਿਹੜੀ ਪੈਨਸ਼ਨ ਸੀਗੀ ਉਹ ਸਾਰੀ ਪੈਨਸ਼ਨ ਤੁਹਾਡੇ ਹਿੱਸੇ ਆਉਂਦੀ ਰਹੀ ਹੈ? ਨਹੀਂ ਜੀ, ਅੱਧੀ ਮੇਰੀ ਸੱਸ ਨੂੰ ਮਿਲਦੀ ਰਹੀ ਹੈ, ਪਹਿਲਾਂ ਸਾਨੂੰ ਮਿਲਦਾ ਰਿਹਾ 2500, ਫਿਰ ਸਾਨੂੰ ਮਿਲ ਗਿਆ 3500, ਹੁਣ ਸਾਨੂੰ 14,000 ਮਿਲਦਾ ਸੀ ਦੋਨਾਂ ਨੂੰ। ਅੱਧੀ ਮਾਤਾ ਨੂੰ ਮਿਲਦੀ, ਅੱਧੀ ਮੈਨੂੰ ਮਿਲਦੀ ਸੀ, 50% ਉਹਦੀ ਸੀ, 50 ਮੇਰੀ ਸੀ। ਤੁਸੀਂ ਪੇਕੇ ਪਿੰਡ ਚਲੇ ਗਏ ਤੇ ਅੱਧੀ ਪੈਨਸ਼ਨ ਤੁਹਾਡੇ ਹਿੱਸੇ ਆਉਂਦੀ ਰਹੀ, ਅੱਧੀ ਪੈਨਸ਼ਨ ਤੁਹਾਡੀ ਜਿਹੜੀ ਸਾਸੂ ਮਾਂ ਸੀ ਉਹਨਾਂ ਹਿੱਸੇ ਆਉਂਦੀ ਰਹੀ। ਹਾਂ। ਤੇ ਤੁਹਾਡੇ ਕੋਲੇ ਜਿਹੜੇ ਤੁਹਾਡੇ ਜ਼ਮੀਨ ਹਿੱਸੇ ਸੀ 3-4 ਕਿੱਲੇ ਜਿਹੜੀ ਜ਼ਮੀਨ ਹੈ ਤੁਹਾਡੀ, ਹਾਂਜੀ, ਉਹਦਾ ਠੇਕਾ ਤੁਹਾਨੂੰ ਮਿਲਦਾ ਰਿਹਾ? ਨਾ, ਸਾਨੂੰ 2006 ਤੋਂ ਬਾਅਦ ਦੇਣ ਲੱਗੇ ਨੇ 2 ਕਿੱਲਿਆਂ ਦਾ ਠੇਕਾ, ਉਦੋਂ ਪਹਿਲਾਂ ਸਾਨੂੰ ਕੋਈ ਠੇਕਾ ਨਹੀਂ ਦਿੱਤਾ ਉਹਨਾਂ ਨੇ, ਕੋਈ ਕੁਛ ਨਹੀਂ ਦਿੱਤਾ, ਨਾ ਠੇਕਾ ਦਿੱਤਾ ਨਾ ਕੋਈ ਵੰਡਾਈ, ਕੁਛ ਵੀ ਨਹੀਂ ਦਿੱਤਾ। 2006 ਤੋਂ ਬਾਅਦ ਸਾਨੂੰ 2 ਕਿੱਲਿਆਂ ਦਾ ਠੇਕਾ ਦੇਣ ਲੱਗੇ ਨੇ। ਹੁਣ ਮਾਤਾ ਜੀ ਹੈਗੇ ਨੇ? ਨਹੀਂ, ਹੁਣ ਤਾਂ ਗੁਜ਼ਰ ਗਏ ਜੀ ਪਿਛਲੇ ਸਾਲ। ਤੇ ਹੁਣ ਜਿਹੜੀ ਉਹਨਾਂ ਦੇ ਹਿੱਸੇ ਪੈਨਸ਼ਨ ਆਉਂਦੀ ਸੀ ਉਹ ਤੁਹਾਡੇ ਹਿੱਸੇ ਆਉਣ ਲੱਗ ਗਈ? ਨਾ ਜੀ, ਕੋਈ ਨਹੀਂ, ਹਜੇ ਤਾਂ ਆਉਣ ਲੱਗੀ। ਊਂ ਚਿੱਠੀਆਂ ਪਾ ਰੱਖੀਆਂ ਨੇ, ਕੋਈ ਜਵਾਬ ਨਹੀਂ ਦਿੰਦਾ ਉਹਦਾ, ਕੋਈ ਕੁਛ ਨਹੀਂ ਕਰਦਾ, ਕੋਈ ਅਫਸਰ ਕੋਈ ਮੂੰਹ ਸਿਰ ਹੀ ਨਹੀਂ ਗੱਲ ਦਾ ਦਿੰਦੇ ਹੈਗੇ ਜੀ। ਜੇ ਕੋਈ ਮੂੰਹ ਸਿਰ ਦੇਣ ਫਿਰ ਸਾਡਾ ਕੋਈ ਬਣੇ ਕੁਛ, ਕਿੱਥੇ ਹੁਣ 14,000 ਰੁਪਏ ਨਾਲ 3 ਮਾਂ ਪੁੱਤਾਂ ਦਾ ਸਾਡਾ ਕਿੱਥੇ ਗੁਜ਼ਾਰਾ ਹੁੰਦਾਗਾ ਜੀ। ਬਸ ਇੱਕ ਆਇਆ ਵੀ ਫਿਰਦੇ ਆ ਬਸ। ਤੁਸੀਂ ਕਿਸੇ ਲੀਡਰ ਸਾਹਿਬਾਨ ਨੂੰ ਜਾਂ ਪ੍ਰਸ਼ਾਸਨ ਅਧਿਕਾਰੀ ਨੂੰ ਮਿਲੇ ਹੋ? ਕਾਰਨ ਕਿਉਂਕਿ ਅੱਧੀ ਪੈਨਸ਼ਨ ਮਾਤਾ ਕੋਲੇ ਸੀ, ਜੇ ਸਾਰੀ ਪੈਨਸ਼ਨ ਤੁਹਾਡੇ ਹਿੱਸੇ ਆਉਂਦੀ ਰਹਿੰਦੀ ਤਾਂ ਇਹ ਲੱਗਦਾ ਵੀ ਸਾਰੀ ਪੈਨਸ਼ਨ ਅੱਜ ਵੀ ਤੁਹਾਡੇ ਹਿੱਸੇ ਸਾਰੀ ਆਈ ਜਾਂਦੀ? ਹਾਂਜੀ, ਫਿਰ ਤਾਂ ਆਈ ਜਾਂਦੀ। ਫਿਰ ਜਦੋਂ ਸਾਡੀ ਪੈਨਸ਼ਨ ਕੱਟਦੀ ਨਹੀਂ ਸੀ, ਸ਼ੁਰੂ ਤੋਂ ਪੈਨਸ਼ਨ ਮੈਨੂੰ ਮਿਲਣ ਲੱਗੀ ਸੀ ਸ਼ੁਰੂ ਤੋਂ, ਫਿਰ ਕੇਸ ਕਰਕੇ ਕਟਾ ਲਈ, ਫਿਰ ਮੇਰੀ ਅੱਧੀ ਸੱਸ ਨੂੰ ਮਿਲਣ ਲੱਗੀ। ਮੇਰੀ ਸੱਸ ਨੂੰ ਪੈਸਾ ਵੀ ਮਿਲਿਆ 3,30,000 ਰੁਪਇਆ ਜੀ। ਸਾਡੇ ਪੈਸਿਆਂ 'ਚ ਉਹਨੂੰ 3,30,000, ਸਾਡੀ ਪੈਨਸ਼ਨ 'ਚੋਂ ਹੀ 30 ਲੱਖ ਜਿਹੜੇ ਬੀਮੇ ਦੇ ਪੈਸੇ ਸੀ ਸਾਰੇ ਮੇਰੀ ਸੱਸ ਨੂੰ ਮਿਲ ਗਏ ਬਾਅਦ 'ਚ, ਜਿਹੜਾ ਉਹਦਾ ਰਹਿੰਦਾ ਸੀ ਫੰਡ ਉਹ ਮੇਰੀ ਸੱਸ ਨੂੰ ਮਿਲ ਗਿਆ ਜੀ। 3,30,000 ਰੁਪਇਆ। ਉਹ 'ਚ ਵੀ ਮੇਰਾ ਹੱਕ ਬਣਦਾ ਸੀ, ਮੇਰੇ ਬੱਚਿਆਂ ਦਾ ਹੱਕ ਬਣਦਾ ਸੀ, ਕਿਉਂ ਬਿਪਤਾ ਤਾਂ ਅਸੀਂ ਕੱਟੀ ਜਾਂਦੇ ਆਂਗੇ ਜੀ। ਮਗਰ ਰੂਲੀ ਅਸੀਂ ਜਾਂਦੇ, ਸਾਨੂੰ ਉਹ ਵੀ ਨਹੀਂ 3,30,000 ਦਾ ਵੀ ਨਹੀਂ ਕੋਈ ਸਾਨੂੰ ਮਿਲਿਆ ਮੁੜ ਕੇ ਜੀ। ਉਹਨੂੰ ਤਾਂ 3,30,000 ਮਿਲ ਗਿਆ, ਸਾਨੂੰ 25 ਵੀ ਨਹੀਂ ਮਿਲੀ ਮੁੜ ਕੇ। ਹੁਣ ਆਹ ਸਮੇਂ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਕੋਈ ਹੁਣ ਅਧਿਕਾਰੀ ਕੋਈ ਲੀਡਰ ਆਇਆ ਹੋਵੇ? ਨਾ, ਕੋਈ ਨਹੀਂ ਆਇਆ। ਮੈਂ ਤਾਂ 96 ਤੋਂ ਬਾਅਦ ਸਾਡੇ ਕੋਲੇ ਕੋਈ ਬੰਦਾ ਹੀ ਨਹੀਂ ਆਇਆ। ਹੁਣ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਇਹ ਚਾਹੁੰਦੇ ਵੀ ਸਾਡਾ ਸਹਾਇਤਾ ਕਰੀ ਜਾਵੇ, ਮੇਰੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ, ਮੇਰੇ ਬੱਚਿਆਂ ਨੂੰ ਕੋਈ ਆਪਦੇ ਪੈਰਾਂ ਤੇ ਖੜਾ ਹੋਣ ਦਾ ਬਲ ਬਖਸ਼ਿਆ ਜਾਵੇ, ਜਾਂ ਸਾਨੂੰ ਗੈਸ ਸਿਲੰਡਰ ਏਜੰਸੀ ਦਿੱਤੀ ਜਾਵੇ, ਜਾਂ ਕੋਈ ਸਾਨੂੰ ਪੰਪ ਦਾ ਦਿੱਤਾ ਜਾਵੇ। ਤੁਸੀਂ ਉਦੋਂ ਪੜ੍ਹਾਈ ਨਹੀਂ ਕੀਤੀ ਸੀ ਜਦੋਂ ਤੁਹਾਡੇ ਦਿਓਰ ਨੂੰ ਜਿਹੜੀ ਨੌਕਰੀ ਮਿਲਦੀ ਤੁਹਾਨੂੰ ਮਿਲ ਜਾਂਦੀ? ਮੈਂ ਉਦੋਂ ਕੀਤਾ ਸੀ, ਫਿਰ ਬੁੜੇ ਨੇ ਨਹੀਂ ਜਾਣ ਦਿੱਤਾ, ਮੇਰੇ ਸਹੁਰੇ ਨੇ ਕਹਿੰਦਾ ਮੈਂ ਬਾਹਰ ਨਹੀਂ ਜਾਣ ਦਿੰਦਾ। ਮਾਨਸਾ ਮਿਲਦੀ ਸੀਗੀ ਉਹ, ਕਹਿੰਦਾ ਵੀ ਮੈਂ ਬਾਹਰ ਨਹੀਂ ਜਾਣ ਦਿੰਦਾ ਮੇਰੀ ਨੂੰਹ ਨੂੰ, ਕਹਿੰਦਾ ਕੱਲੀ ਨੂੰ। ਮੇਰੇ ਪੋਤੇ ਨਿਆਣੇ ਨੇ, ਕਹਿੰਦਾ ਜੇ ਤਾਂ ਪੋਤੇ ਵੱਡੇ ਹੋਣ ਫਿਰ ਤਾਂ ਵਗ ਜੇ, ਮੇਰੀ ਨੂੰਹ ਨੂੰ ਜਾਣ ਨਹੀਂ ਦਿੱਤਾ, ਮੈਨੂੰ ਜਾਣ ਨਹੀਂ ਦਿੱਤਾ ਮੇਰੇ ਸਹੁਰੇ ਨੇ। ਚੱਲ ਮੈਂ ਸੋਚਿਆ ਮੇਰੇ ਵਾਸਤੇ ਸੋਚਦੇ ਨੇ, ਮੈਂ ਗਈ ਨਾ। ਮਾਨਸਾ ਸਾਡਾ ਨੰਬਰ ਪਿਆ ਸੀ ਸਰਕਾਰੀ ਹਸਪਤਾਲ 'ਚ ਜੀ। ਫਿਰ ਮੈਂ ਉਸ ਕਰਕੇ ਗਈ ਨਾ, ਮੈਂ ਨੌਕਰੀ ਛੱਡਤੀ। ਮੈਂ ਕਿਹਾ ਚੱਲ ਮੇਰੇ ਬੱਚਿਆਂ ਨੂੰ ਮਿਲ ਜੂਗੀ ਬਾਅਦ 'ਚ। ਜੀ। ਮੈਂ ਲਿਖ ਕੇ ਦਿੱਤਾ, ਮੈਂ ਕਿਹਾ ਜੀ ਮੇਰੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਬਾਅਦ 'ਚ ਨੌਕਰੀ। ਤੁਹਾਡੇ ਪਿੰਡ ਦੇ ਵਿੱਚ ਕੋਈ ਯਾਦਗਾਰ ਬਣੀ ਹੋਵੇ, ਕੋਈ ਸਕੂਲ ਦਾ ਨਾਮ ਤੁਹਾਡੇ ਸਰਦਾਰ ਗੁਰਦੇਵ ਸਿੰਘ ਦੇ ਨਾਂ ਤੇ ਰੱਖਿਆ ਹੋਵੇ? ਨਹੀਂ, ਕੁਛ ਕੋਈ ਨਹੀਂ ਬਣਿਆ। ਸੜਕ ਬਣੀ ਹੋਵੇ, ਕੋਈ ਪਿੰਡ ਦੇ ਵਿੱਚ ਕੋਈ ਹੋਰ ਯਾਦਗਾਰ ਬਣੀ ਹੋਵੇ ਉਹਦੇ ਯਾਦ ਦੇ ਉੱਤੇ? ਨਾ, ਕੁਛ ਨਹੀਂ ਬਣਿਆ, ਮੇਰੇ ਹੁੰਦੇ ਤਾਂ ਕੁਛ ਵੀ ਨਹੀਂ ਬਣਿਆ ਸੀ ਜੀ।
ਉਸ ਤੋਂ ਬਾਅਦ ਕਦੇ ਮੌਕਾ ਇਸ ਤਰ੍ਹਾਂ ਸਬੱਬ ਬਣਿਆ ਹੋਵੇ ਜਾਂ ਕੋਈ ਅਧਿਕਾਰੀ ਆਇਆ ਹੋਵੇ? ਨਾ, ਕੋਈ ਨਹੀਂ ਆਇਆ, ਨਾ ਕੋਈ ਆਇਆ, ਨਾ ਕੋਈ ਸਾਨੂੰ ਕਿਸੇ ਨੇ ਬੁਲਾਇਆ। ਜੀ ਦੋਸਤੋ, ਉਹਨਾਂ ਦੇ ਨਾਲ ਮਾਤਾ ਜੀ ਦੇ ਨਾਲ ਬੇਟੇ ਬੈਠੇ ਨੇ ਗਗਨਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਆ। ਗਗਨਦੀਪ ਸਿੰਘ, ਤੁਸੀਂ ਵੱਡੇ ਬੇਟੇ ਹੋ? ਹਾਂਜੀ ਸਰ, ਮੈਂ ਵੱਡਾ ਬੇਟਾ ਜੀ। ਮਾਣ ਹੁੰਦਾ ਬਾਪੂ ਤੇ? ਬਿਲਕੁਲ ਹੁੰਦਾ ਸਰ। ਜਦੋਂ ਕੋਈ ਪਿੰਡ ਦੇ ਵਿੱਚੋਂ ਜਾਂ ਜਦੋਂ ਕਿਤੇ ਪਿੰਡ 'ਚ ਵਿਚਰੀਦਾ ਹੈ, ਉਦੋਂ ਅਗਲਾ ਪੁੱਛਦਾ ਵੀ ਭਾਈ ਤੁਸੀਂ ਕਿਹਨਾਂ ਦੇ ਜਵਾਕ ਹੋ? ਅਸੀਂ ਉਸ ਟਾਈਮ ਮਾਣ ਨਾਲ ਕਹਿੰਦੇ ਵੀ ਅਸੀਂ ਸ਼ਹੀਦ ਗੁਰਦੇਵ ਸਿੰਘ ਫੌਜੀ ਦਾ ਜੀ ਮੈਂ ਵੱਡਾ ਬੇਟਾ। ਜਦੋਂ ਬਾਪੂ ਸ਼ਹੀਦ ਹੁੰਦੇ ਨੇ, ਹਾਂਜੀ, ਬਹੁਤ ਛੋਟੀ ਉਮਰ ਸੀ। ਬਿਲਕੁਲ ਸਰ। ਹੁਣ ਉਦੋਂ ਤੋਂ ਲੈ ਕੇ ਅੱਜ ਤੱਕ ਮਾਂ ਨੂੰ ਤੰਗੀਆਂ ਤੁਰਸ਼ੀ ਹਟਾਉਂਦੇ ਦੇਖਿਆ? ਬਿਲਕੁਲ ਸਰ, ਬਿਲਕੁਲ ਰੱਖਿਆ। ਕੀ ਕਹੋਗੇ? ਸਰ ਮੈਂ ਤਾਂ ਐਕਚੁਅਲੀ ਗੱਲ ਇਹ ਕਹਿਣਾ ਚਾਹੁੰਦਾ ਵੀ ਜੋ ਮਤਲਬ ਸਰਕਾਰ ਨੇ ਸਾਡੇ ਨਾਲ, ਜੋ ਉਸ ਟਾਈਮ ਲੀਡਰਾਂ ਨੇ ਸਾਡੇ ਨਾਲ ਵਾਅਦੇ ਕਰੇ ਸੀ ਜੀ, ਸਭ ਦੀ ਵਾਅਦਾ ਖਿਲਾਫੀ ਹੋਈ ਹੈ। ਕੋਈ ਸਾਡੇ ਨਾਲ ਕਿਸੇ ਵੀ ਅਸੀਂ ਫੀਲਡ 'ਚ ਗਏ ਆ, ਕਿਤੇ ਸਾਡੇ ਨਾਲ ਨਿਆਂ ਨਹੀਂ ਹੋਇਆ ਜੀ। ਵੀ ਕਿਤੇ ਵੀ ਕੋਈ ਭਰਤੀ ਤੋਂ ਰਿਲੇਸ਼ਨਸ਼ਿਪ ਤੋਂ ਕਿਤੇ ਵੀ ਭਰਤੀ ਨਿਕਲਦੇ, ਪੋਸਟ ਕਿੰਨੇ ਨਿਕਲਦੇ। ਪੜ੍ਹੇ ਹੋਏ ਹੋ? ਸਰ ਮੈਂ ਬੇਸਿਕਲੀ +2 ਪਾਸ ਹਾਂ ਜੀ। ਮੈਂ ਹੋਰ ਕੀ ਕੀਤਾ? ਕੋਰਸ ਕੋਈ ਕੀਤਾ? ਕੋਰਸ ਕਰਿਆ ਸਰ, ਮੈਂ ਕੰਪਿਊਟਰ ਕੋਰਸ ਕਰਿਆ ਜੀ। ਜੀ। ਤੇ ਮੇਰੇ ਕੋਲ 3 ਸਾਲ ਦਾ ਮੇਰੇ ਕੋਲ ਐਗਰੀਕਲਚਰ ਸੁਸਾਇਟੀ ਦੇ ਵਿੱਚ ਸੇਲਜ਼ਮੈਨ ਅਸਿਸਟੈਂਟ ਦਾ ਐਕਸਪੀਰੀਅੰਸ ਵੀ ਆਈ। ਉਹ ਮੇਰੇ ਕੋਲ ਐਕਸਪੀਰੀਅੰਸ 12ਵੀਂ ਤੋਂ ਬਾਅਦ ਕਦੇ ਫੌਜ ਦੇ ਵਿੱਚ ਭਰਤੀ ਹੋਣ ਦਾ ਮੌਕਾ ਨਹੀਂ ਬਣਿਆ? ਸਰ ਗਿਆ ਸੀ ਤਾਂ ਮਤਲਬ ਸਾਡੀ ਜਿਹੜੇ ਫਾਦਰ ਸਾਹਿਬ ਭਰਤੀ ਹੋਏ ਨੇ ਆਰਟੀ ਸੈਂਟਰ 'ਚ ਹੋਏ ਨੇ ਨਾਸਿਕ। ਸਾਡੇ ਕੋਲੇ ਮਤਲਬ ਪ੍ਰੋਪਰ ਸਾਡੇ ਕੋਲੇ ਇੰਤਜ਼ਾਮ ਹੈ ਨਹੀਂ ਸੀ ਵੀ ਜਿਹੜੇ ਅਸੀਂ ਮਹਾਰਾਸ਼ਟਰ 'ਚ ਜਾ ਕੇ ਭਰਤੀ ਦੇਖ ਸਕੀਏ ਜੀ। ਬਾਕੀ 1-2 ਵਾਰ ਗਏ, ਉਦੋਂ ਮਤਲਬ ਮੇਰੇ ਆਰਮ ਤੇ ਟੈਟੂ ਸੀ ਜੀ, ਉਹ ਰਿਮੂਵ ਕਰਵਾਉਣ ਤੇ ਟਾਈਮ ਲੱਗ ਗਿਆ ਮੈਨੂੰ ਕੁਝ ਥੋੜ੍ਹਾ ਜਿਹਾ। ਉਹ ਤੋਂ ਬਾਅਦ ਬਾਕੀ ਫੋਟੋਰ ਮੁੜ ਕੇ ਮਨ ਨਹੀਂ ਕਰਿਆ ਜੀ ਵੀ ਐਡੀ ਦੂਰ ਆਉਣ ਜਾਣ 'ਚ ਬਹੁਤ ਟਾਈਮ ਲੱਗਦਾ ਜੀ। ਘਰੇ ਮਾਤਾ ਜੀ ਇਕੱਲੇ ਰਹਿੰਦੇ ਨੇ, ਇਸ ਕਰਕੇ। ਕਦੇ ਕੋਈ ਹੋਰ ਮੌਕਾ ਮਿਲਿਆ, ਕੋਈ ਲੀਡਰ ਤੁਹਾਨੂੰ ਪਰਸਨਲੀ ਤੌਰ ਤੇ ਮਿਲਿਆ ਹੋਵੇ, ਇਸ ਚੀਜ਼ ਦਾ ਵਾਅਦਾ ਕੀਤਾ ਹੋਵੇ ਅਸੀਂ ਨੌਕਰੀ ਦਿਵਾਵਾਂਗੇ ਤੁਹਾਨੂੰ? ਨਹੀਂ ਸਰ, ਕੋਈ ਨਹੀਂ ਜੀ ਇੱਥੇ ਹੁਣ ਇਸ ਟਾਈਮ ਤਾਂ ਜੇ ਅੱਜ ਦੀ ਰਾਜਨੀਤੀ ਦੇਖ ਕੇ ਤਾਂ ਯਕੀਨ ਹੈ ਨਹੀਂ। 15 ਅਗਸਤ 26 ਜਨਵਰੀ ਤੋਂ ਸਨਮਾਨ ਹੁੰਦੇ ਨੇ, ਕਦੇ ਇਹੋ ਜਿਹਾ ਮੌਕਾ ਮਿਲਿਆ? ਸਰ ਇਸ ਵਾਰ 26 ਜਨਵਰੀ ਤੇ ਸੈਕਟਰੀ ਸਾਹਿਬ ਜ਼ਰੂਰ ਆਏ ਸੀ। ਸੈਕਟਰੀ ਸਾਹਿਬ ਸੀ, ਸਰਪੰਚ ਸਾਹਿਬਾਨ ਸੀ, ਇੱਕ ਮੈਂਬਰ ਸਾਹਿਬਾਨ ਸੀ ਆਪਣੇ ਇੱਥੋਂ ਦੀ ਆਪਣੀ ਸਾਈਡ ਦੇ ਹੀ। ਉਹਨਾਂ ਨੇ ਮਾਤਾ ਨੂੰ ਇੱਕ ਸ਼ਾਲ ਤੇ ਇੱਕ ਡੱਬਾ ਦੇ ਕੇ ਬਸ ਉਹ ਵੀ ਇੱਕ ਫਾਰਮੈਲਿਟੀ ਕਰਕੇ ਗਏ ਸੀ ਵੀ ਅਸੀਂ ਮਿਲੇ ਆਏ ਨਾ। ਉਹਨਾਂ ਨੇ 5 ਮਿੰਟ ਬੈਠੇ ਵੀ ਪੁੱਛੀਏ ਵੀ ਮਾਤਾ ਜੀ ਤੁਹਾਨੂੰ ਕਿਸ ਚੀਜ਼ ਦੀ ਤਕਲੀਫ ਹੈ, ਕੀ ਅਸੀਂ ਸਰਕਾਰੀ ਅਧਿਕਾਰੀ ਅਹੁਦੇ ਤੋਂ ਤੁਹਾਡੇ ਲਈ ਕੀ ਸੇਵਾ ਕਰ ਸਕਦੇ ਹਾਂ। ਬਸ ਉਹ ਆਏ, ਸਤਿ ਸ਼੍ਰੀ ਅਕਾਲ ਬੁਲਾਈ, ਗਲ ਸ਼ਾਲ ਪਾ ਕੇ ਮਿਠਾਈ ਦੇ ਕੇ ਚੰਗਾਈ ਚੱਲਦੇ, ਸਤਿ ਸ਼੍ਰੀ ਅਕਾਲ। ਬਸ ਜੋ ਵੀ ਇੱਥੇ ਪਹਿਲੀ ਬਾਈ ਦਵੇ। ਤੁਹਾਡੀ ਸੁਰਤ ਦੇ ਵਿੱਚ ਕਦੇ ਅਜਿਹਾ ਮੌਕਾ ਨਹੀਂ ਬਣਿਆ? ਕਦੇ ਬਾਈ ਜੀ, ਕਦੇ ਸਬੱਬ ਨਹੀਂ ਬਣਿਆ ਇਸ ਤਰ੍ਹਾਂ ਦਾ ਜੀ। ਕਦੇ ਹੋਰ ਕੋਈ ਅਜਿਹਾ ਮੌਕਾ ਕਿਸੇ ਤੁਸੀਂ ਲੀਡਰ ਨੂੰ ਆਪ ਮਿਲਣ ਗਏ ਹੋ, ਜਾ ਕੇ ਤੁਸੀਂ ਕਿਸੇ ਲੀਡਰ ਨੂੰ, ਕਿਸੇ MP ਨੂੰ, ਕਿਸੇ MLA ਨੂੰ ਮਿਲੇ ਹੋ ਕਦੇ? ਨਾ, ਕਦੇ ਨਹੀਂ ਮਿਲੇ ਜੀ। ਕਦੇ ਆਪਣੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਾਂ MLA ਵਿਧਾਨ ਸਭਾ ਹਲਕਾ ਬਲਾਡਾ? ਇਹ ਬਾਈ ਜੀ ਇੱਕ ਕੇਰਾ ਮੈਡਮ ਹਰਸਿਮਰਤ ਕੌਰ ਬਾਦਲ ਦਾ ਇੱਥੇ ਮਤਲਬ ਬਾਰਡਰ ਤੇ ਪਿੰਡ ਹੈ ਤਾਲ ਵਾਲਾ ਪਿੰਡ ਹੈ, ਉੱਥੇ ਆਏ ਸੀ। ਉੱਥੇ ਮੈਂ ਤੇ ਮਦਰ ਗਏ ਸੀ ਜੀ। ਕਿਉਂ ਉਦੋਂ ਹਲਕੇ ਦੌਰੇ ਤੇ ਫਿਰ ਰਹੇ ਸੀ ਉਹ ਜੀ, ਸਾਰੇ ਬਠਿੰਡਾ ਹਲਕੇ 'ਚ। ਅਸੀਂ ਉਸ ਟਾਈਮ ਕਿਹਾ ਸੀ, ਉਸ ਟਾਈਮ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਪੱਲਾ ਝਾੜਤਾ ਸੀ, ਕਹਿੰਦੇ ਵੀ ਇਹ ਮਹਿਕਮਾ ਹੈ, ਇਹ ਸੈਂਟਰ ਦਾ ਮਹਿਕਮਾ ਹੈ ਜੀ, ਇਹ 'ਚ ਅਸੀਂ ਕੁਝ ਨਹੀਂ ਕਰ ਸਕਦੇ ਜੀ। ਸਾਨੂੰ ਇਹ ਗੱਲ ਕਹਿ ਕੇ ਉਹਨਾਂ ਨੇ ਪੱਲਾ ਝਾੜਤਾ ਸੀ ਇਸ ਚੀਜ਼ ਅੰਦਰੋਂ। ਅੱਛਾ। ਫਿਰ ਉੱਥੇ ਮੈਂ ਕੁਐਸਚਨ ਵੀ ਪੁੱਟ ਕਰਿਆ ਸੀ ਵੀ ਮੈਡਮ ਵੀ ਅਕਸਰ ਜੇ ਤੁਸੀਂ ਸੈਂਟਰਲ ਕਹਿ ਰਹੇ ਹੋ ਵੀ ਇਹ ਸੈਂਟਰ ਦਾ ਮਹਿਕਮਾ, ਜਦੋਂ ਫੌਜੀ ਰਿਟਾਇਰ ਹੁੰਦਾ ਤੁਸੀਂ ਉਹਨੂੰ ਪੰਜਾਬ ਪੁਲਿਸ 'ਚ ਜੋਬ ਕਿਉਂ ਦਿੰਦੇ ਹੋ? ਹਾਂ। ਜਦੋਂ ਸੈਂਟਰ ਦਾ ਆਦਮੀ ਹੈ ਤੂੰ ਉਸ ਨੂੰ ਸਟੇਟ ਗਵਰਨਮੈਂਟ ਤੇ ਸਟੇਟ 'ਚ ਜੋਬ ਕਿਉਂ ਦੇ ਰਹੇ ਹੋ? ਜੀ। ਜੇ ਅਕਸਰ ਤੁਸੀਂ ਇੱਕ ਫੌਜੀ ਨੂੰ ਦੇ ਸਕਦੇ ਹੋ ਜੋਬ, ਅਸੀਂ ਫੌਜੀ ਦੇ ਬੱਚੇ ਹਾਂ ਜੀ। ਸਾਡੇ ਫਾਦਰ ਸਾਹਿਬ ਬਾਏ ਡਾਕੂਮੈਂਟ, ਕਿਉਂਕਿ ਡਾਕੂਮੈਂਟ ਕਦੇ ਝੂਠ ਨਹੀਂ ਬੋਲਦੀ, ਖਾਸ ਕਰਕੇ ਜਿਹੜਾ ਆਰਮੀ ਰਿਕਾਰਡ ਹੈ ਵੀ ਆਰਮੀ ਰਿਕਾਰਡ ਮੁਤਾਬਕ ਮੇਰੇ ਫਾਦਰ ਸਾਹਿਬ 96 'ਚ ਇੱਕ ਰਕਸ਼ਕ ਕੈਂਪ 'ਚ ਸ਼ਹੀਦ ਹੋਏ ਨੇ, ਇੱਕ ਮਿਸ਼ਨ ਦੇ ਵਿੱਚੋਂ ਜੀ। ਵੀ ਕੀ ਗੱਲ ਸਾਡੀ ਇੰਨੀ ਪਿਓਰ ਪੈਟਰੋਟੀ ਨਹੀਂ ਬਣਦੀ ਵੀ ਅਸੀਂ ਇੱਕ ਆਪਦੀ ਸੂਬਾ ਸਰਕਾਰ ਤੋਂ ਜੋਬ ਲਈ ਕੁਐਸਚਨ ਕਰ ਸਕੀਏ ਜੀ। ਉਹਨਾਂ ਨੇ ਬਸ ਉਸ ਟਾਈਮ ਇਹ ਨਹੀਂ ਕਹਿੰਦੇ, ਬੇਟਾ ਕਹਿੰਦੇ ਇਹ ਸਾਡੇ ਥਰੂ ਨਹੀਂ, ਇਹ ਸੈਂਟਰ ਸਰਕਾਰ ਦਾ ਮਸਲਾ ਹੈ, ਤੁਸੀਂ ਸੈਂਟਰ ਸਰਕਾਰ ਨਾਲ ਜੇ ਤੁਹਾਡਾ ਕੋਈ ਪੁਨਿੰਦਾ ਹੈਗਾ ਉਹਦੇ ਨਾਲ ਗੱਲ ਕਰ ਸਕਦੇ ਹੋ। ਜਿਹੜਾ ਤੁਹਾਡਾ ਛੋਟਾ ਭਰਾ ਹੈ ਉਹਨੇ ਕੀ ਕੀਤਾ ਹੋਇਆ? ਉਹ ਫਿਲਹਾਲ ਬਾਈ ਜੀ +2 ਕਰਨ ਤੋਂ ਬਾਅਦ ਹੁਣ ITI ਕਰ ਰਹੇ ਆ। ITI ਦਾ ਹੁਣ ਰਿਜ਼ਲਟ ਆਉਣਾ ਇਲੈਕਟ੍ਰੀਸ਼ੀਅਨ ਦਾ। ਉਹਦਾ ਕਾਹਦੀ ITI ਕਰ ਰਿਹਾ? ਇਲੈਕਟ੍ਰੀਸ਼ੀਅਨ ਦੀ ਕਰ ਰਿਹਾ ਬਾਈ ਜੀ। ਅੱਛਾ।
ਤੁਹਾਡੇ ਪਿੰਡ ਦੇ ਵਿੱਚ ਹਾਂਜੀ ਕਲੱਬ ਬਣਦੇ ਨੇ ਆਮ ਤੌਰ ਤੇ, ਬਿਲਕੁਲ ਜੀ। ਹਰੇਕ ਪਿੰਡ 'ਚ ਬਣੇ ਹੁੰਦੇ ਨੇ। ਹਾਂਜੀ ਸ਼ਹੀਦ ਸਰਦਾਰ ਗੁਰਦੇਵ ਸਿੰਘ ਦੇ ਨਾਂ ਤੇ ਵੀ ਕਲੱਬ ਬਣਿਆ? ਸਰ ਉਹ ਮੈਂ ਵੀ ਪਿੰਡ ਚੋਂ ਮਤਲਬ ਸੁਣਿਆ ਸੀ ਵੀ ਕਹਿੰਦੇ ਇੱਕ ਵਾਰ ਫਾਦਰ ਸਾਹਿਬ ਦੇ ਨਾਂ ਤੇ ਬਣਾਇਆ ਸੀ ਜੀ। ਮੈਨੂੰ ਬਾਈ ਉਹ ਕਹਿੰਦੇ ਸੀ ਵੀ ਸ਼ਾਇਦ ਰਜਿਸਟਰਡ ਆ ਉਹ, ਬਟ ਉਹ ਵੀ ਮੁੜ ਕੇ ਇਹਨਾਂ ਨੇ ਇੱਕ ਦੋ ਵਾਰ ਕੋਈ ਗਤੀਵਿਧੀ ਜੇ ਕਰੀਆਂ, ਗਤੀਵਿਧੀ ਤੋਂ ਬਾਅਦ ਇਹ ਵੀ ਗਾਇਬ ਜੇ ਹੋ ਗਏ ਇੱਕੋ ਲੱਖ ਜਿਹੜੇ ਬੰਦੇ ਉਹਦੇ ਵਿੱਚ ਸੀ। ਤੁਹਾਨੂੰ ਪਤਾ ਵੀ ਕਿੰਨਾ ਚਿਰ ਉਹ ਕਲੱਬ ਚੱਲਿਆ, ਜਾਂ ਕਲੱਬ ਦੇ ਕੀ ਕਰਵਾਇਆ ਸੀ, ਪਤਾ ਹੋਵੇ? ਕਲੱਬ ਨੇ ਇੱਕ ਦੋ ਵਾਰ ਪਿੰਡ 'ਚ ਆਪਣੇ ਘਰੇਲੂ ਖੇਡ ਆਈ ਕ੍ਰਿਕਟ, ਇੱਕ ਦੋ ਇਹਦੇ ਟੂਰਨਾਮੈਂਟ ਵਗੈਰਾ 'ਚ ਸਪਾਂਸਰਸ਼ਿਪ ਜੀ ਦਿਖਾਈ ਕਰੀ ਸੀ ਆਪਦੀ ਜੀ। ਮੁੜ ਕੇ ਉਹ ਤੋਂ ਬਾਅਦ ਪਿੰਡ 'ਚ ਕੋਈ ਇਸ ਤਰ੍ਹਾਂ ਦੀ ਗੇਮ ਦਾ ਉਪਰਾਲਾ ਨਹੀਂ ਹੋਇਆ, ਸ਼ਾਇਦ ਉਹਨੇ ਵਿੱਚੋਂ ਬੰਦ ਕਰਤਾ। ਕਦੇ ਪਿੰਡ ਦੇ ਪੰਚਾਇਤੀ ਤੌਰ ਤੇ ਜਾਂ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਕੋਈ ਮਾਨ ਸਨਮਾਨ ਜਾਂ ਕੋਈ ਹੋਰ ਉਪਰਾਲਾ ਕੀਤਾ? ਕੋਈ ਨਹੀਂ ਸਰ, ਕੋਈ ਮਾਨ ਸਨਮਾਨ ਨਹੀਂ ਮਿਲਿਆ, ਕੋਈ ਕੁਝ ਨਹੀਂ ਮਿਲਿਆ ਜੀ। ਮਾਤਾ ਜੀ 20-22 ਸਾਲਾਂ ਦੇ ਸਫ਼ਰ ਦੇ ਵਿੱਚ ਕਦੇ ਪਿੰਡ ਤੁਹਾਨੂੰ ਲੈਣ ਨਹੀਂ ਗਿਆ ਹੈਗਾ? ਨਾ ਜੀ, ਕੋਈ ਨਹੀਂ ਸਾਡੇ ਕੋਲੇ ਮੰਗ ਗਈ ਨਹੀਂ ਕੋਈ ਵੀ। ਵੋਟਾਂ ਵੇਲੇ ਜ਼ਰੂਰ ਜਾਂਦੇ, ਜਦੋਂ ਸਰਪੰਚੀ ਦੀਆਂ ਵੋਟਾਂ ਪਾਉਂਦੇ ਉਦੋਂ ਮੈਨੂੰ ਜ਼ਰੂਰ ਕਹਿ ਕੇ ਆਉਂਦੇ ਵੀ ਸਾਨੂੰ ਵੋਟ ਪਾ ਕੇ ਆਈ। ਉਹ ਮੇਰੇ ਕੋਲੇ ਕੋਈ ਨਹੀਂ ਕਦੇ ਗਿਆ ਸੀ। ਤੁਸੀਂ ਉਦੋਂ ਲਾਹਨਤਾਂ ਪਾਉਣੀਆਂ ਸੀ ਇਹਨਾਂ ਨੂੰ? ਅਸੀਂ ਵਾਧੂ ਪਾਉਂਦੇ, ਫਿਰ ਸਾਨੂੰ ਲੈਣ ਵੀ ਜਾਂਦੇ ਗੱਡੀ ਤੇ ਵੀ ਵੋਟ ਪਾਇਓ, ਫਿਰ ਅਸੀਂ ਵੋਟ ਪਾ ਜਾਂਦੇ ਵੀ ਚੱਲ ਪਿੰਡ 'ਚ ਰਹਿੰਦੇ ਹਾਂ ਪਿੰਡ ਦੀ। ਫਿਰ ਮੇਰੇ ਦਿਓਰ ਨੇ ਮੇਰੀ ਵੋਟ ਵੀ ਕਟਾਤੀ ਸੀ ਵੀ ਉਹਦੀ ਵੋਟ ਨੂੰ ਵੀ ਲੈਣ ਜਾਂਦੇ ਨੇ ਵੀ ਕਿਤੇ ਉਹਨਾਂ ਨੂੰ ਲੈ ਨਾ ਆਉਣ ਉਰੇ, ਫਿਰ ਮੇਰੀ ਵੋਟ ਕਟਾਤੀ ਉਹਨਾਂ ਨੇ। ਪਿੰਡ ਪੱਧਰ ਤੇ ਕਦੇ ਕਿਉਂਕਿ ਦੇਖੋ ਸ਼ਹੀਦ ਤਾਂ ਪੂਰੇ ਦੇਸ਼ ਦਾ ਮਾਣ ਹੁੰਦੇ ਨੇ। ਹਾਂਜੀ ਠੀਕ ਹੈ। ਅਸੀਂ ਸਾਨੂੰ ਜਦੋਂ ਪਤਾ ਲੱਗਿਆ ਹਾਂਜੀ ਵੀ ਇੱਥੋਂ ਅਕਬਰਪੁਰ ਪਿੰਡ ਖਡਾਲ ਦੇ ਵਿੱਚ ਸਰਦਾਰ ਸ਼ਹੀਦ ਗੁਰਦੇਵ ਸਿੰਘ ਸ਼ਹੀਦ ਹੋਏ ਨੇ, ਹਾਂਜੀ, ਤਾਂ ਅਸੀਂ ਝੱਟ ਤੁਹਾਡੇ ਕੋਲੇ ਪਹੁੰਚੇ ਹਾਂ ਹਾਲ ਪੁੱਛਣ ਵਾਸਤੇ। ਹਾਂਜੀ, ਹਨਾ? ਤੇ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ? ਨਾ ਵੀਰੇ, ਕੋਈ ਵੀ ਨਹੀਂ ਪਹੁੰਚਿਆ, ਕੋਈ ਬੱਚਾ ਵੀ ਨਹੀਂ ਸਾਡੇ ਕੋਲ ਗਿਆ ਪਿੰਡ ਦਾ। ਤਾਂ ਕੋਈ ਕਿਸੇ ਨੇ ਉਪਰਾਲਾ ਕੀਤਾ ਹੋਵੇ? ਨਾ ਜੀ, ਕੋਈ ਨਹੀਂ ਗਿਆ। ਇੰਨੇ ਸਾਲਾਂ ਦੇ ਵਿੱਚ ਦੀ ਕੋਈ ਪਿੰਡ ਦਾ ਨਾ ਗਿਆ। ਜੇ ਪਿੰਡ ਦਾ ਜਾਂਦਾ ਅਸੀਂ ਆਉਂਦੇ ਅਸੀਂ ਆਪਦੇ ਨਗਰ 'ਚ ਆਉਣੀ ਸੀ। ਹੁਣ ਵੀ ਤਾਂ ਅਸੀਂ ਆਏ ਹਾਂ ਆਪਦੇ ਨਗਰ 'ਚ। ਪਰਿਵਾਰ ਤੌਰ ਤੇ ਜਿਹੜੀ ਤੁਹਾਡੀ ਪੂੰਜੀ ਹੈ ਉਹ ਤੁਹਾਨੂੰ ਮਿਲ ਗਈ? ਹੁਣ ਤੁਹਾਡਾ ਹੱਕ ਮਿਲ ਗਿਆ ਤੁਹਾਨੂੰ? ਮਿਲ ਹੀ ਗਿਆ ਵੀਰੇ ਹੁਣ ਤਾਂ। ਹਾਂਜੀ ਦੋਸਤੋ, ਤੁਸੀਂ ਸਾਰੀਆਂ ਗੱਲਾਂ ਸੁਣੀਆਂ, ਕਿਵੇਂ ਇੱਕ ਸ਼ਹੀਦ ਦਾ ਪਰਿਵਾਰ ਬਾਅਦ ਦੇ ਵਿੱਚ ਕਿੰਨੀਆਂ ਤੰਗੀਆਂ ਤੁਰਸ਼ੀਆਂ ਹੰਢਾਉਂਦਾ ਹੈ। ਉਹ ਗੱਲ ਵੱਖਰੀ ਹੈ ਕਿ ਅਸੀਂ ਜਦੋਂ ਕੋਈ ਸਾਡਾ ਸ਼ਹੀਦ ਹੁੰਦਾ ਹੈ ਤਾਂ ਸਾਡਾ ਪਰਿਵਾਰ ਪੂਰਾ ਪਿੰਡ ਪੂਰਾ ਦੇਸ਼ ਮਾਣ ਕਰਦਾ ਹੈ। ਪਰ ਸਮੇਂ ਦੀਆਂ ਸਰਕਾਰਾਂ ਨੂੰ ਸਾਡੇ ਇਸ ਸ਼ਹੀਦ ਗੁਰਦੇਵ ਸਿੰਘ ਦੇ ਪਰਿਵਾਰ ਵੱਲ ਝਾਤ ਮਾਰਨੀ ਚਾਹੀਦੀ ਹੈ। ਉਸ ਸਮੇਂ ਜੋ ਵਾਅਦੇ ਕੀਤੇ ਸੀ, ਚਾਹੇ ਉਹ ਨੌਕਰੀ ਦੇਣ ਦਾ ਵਾਅਦਾ ਸੀ, ਚਾਹੇ ਉਹ ਪੈਟਰੋਲ ਪੰਪ ਦੇਣ ਦਾ ਵਾਅਦਾ ਸੀ, ਚਾਹੇ ਉਹ ਗੈਸ ਏਜੰਸੀ ਦੇਣ ਦਾ ਵਾਅਦਾ ਸੀ। ਅੱਜ 2 ਪੁੱਤ ਬੇਰੁਜ਼ਗਾਰ ਨੇ। ਵਿਆਹ ਤੋਂ 5 ਸਾਲਾਂ ਬਾਅਦ ਸ਼ਹੀਦ ਗੁਰਦੇਵ ਸਿੰਘ ਦੀ ਪਤਨੀ ਵਿਧਵਾ ਹੋਣ ਦਾ ਸੰਤਾਪ ਹੰਢਾਇਆ ਤੇ ਸਹੁਰੇ ਵੀ ਰਹਿਣਾ ਨਸੀਬ ਨਹੀਂ ਹੋਇਆ। ਸਾਰੀ 20-22 ਸਾਲ ਆਪਣੇ ਪੁੱਤਾਂ ਨੂੰ ਗੱਭਰੂ ਕਰਨ ਵਾਸਤੇ ਆਪਣੇ ਪੇਕੇ ਪਿੰਡ ਰਹਿ ਕੇ ਜੀਵਨ ਬਸਰ ਕਰਕੇ ਆਈ ਹੈ। ਉੱਥੇ 2 ਵਕਤ ਦੀ ਰੋਟੀ ਆਸਰੇ ਆਪਣੇ ਪੁੱਤਾਂ ਨੂੰ ਗੱਭਰੂ ਕਰਕੇ ਪਿੰਡ ਆਪਣੇ ਸਹੁਰੇ ਪਿੰਡ ਅਕਬਰਪੁਰ ਖਡਾਲ ਪਹੁੰਚੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਸਰਦਾਰ ਗੁਰਦੇਵ ਸਿੰਘ ਦੇ ਪਰਿਵਾਰ ਦੀ ਸਾਰ ਲਈ ਜਾਵੇ। ਪਿੰਡ ਅਕਬਰਪੁਰ ਖਡਾਲ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਹੁਣ ਮੌਜੂਦਾ ਸੈਸ਼ਨ ਦੇ ਦੌਰਾਨ ਇਹਨਾਂ ਦੀ ਜਿਹੜੀ ਧਰਮ ਪਤਨੀ ਨੇ ਸ਼੍ਰੀਮਤੀ ਦਲਜੀਤ ਕੌਰ, ਉਹ ਸਰਪੰਚ ਨੇ। ਕਹਿੰਦਾ ਭਾਵ ਪਿਛਲੇ 10 ਸਾਲਾਂ ਤੋਂ ਜਿਹੜੀ ਸਰਪੰਚੀ ਹੈ ਇਹਨਾਂ ਕੋਲ ਹੈ। ਇਹਨਾਂ ਨਾਲ ਗੱਲ ਕਰਦੇ ਹਾਂ ਆਪਾਂ ਸਰਦਾਰ ਗੁਰਦੇਵ ਸਿੰਘ ਜੀ ਦੇ ਜਿਹੜੇ ਪਰਿਵਾਰ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਤੁਸੀਂ ਉਦੋਂ 1996 ਦੇ ਵਿੱਚ ਜਦੋਂ ਸਰਦਾਰ ਗੁਰਦੇਵ ਸਿੰਘ ਸ਼ਹੀਦ ਹੁੰਦੇ ਨੇ, ਤੁਸੀਂ ਮੌਕੇ 'ਤੇ ਉਦੋਂ ਮੌਜੂਦ ਸੀਗੇ? ਹਾਂ, ਮੌਜੂਦ 'ਚ ਉਰੇ ਤੇ ਜੀ। ਉਦੋਂ ਬਹੁਤ ਸਾਰੇ ਲੀਡਰ, ਪ੍ਰਸ਼ਾਸਨਿਕ ਅਧਿਕਾਰੀ ਆਏ ਹੋਣਗੇ। ਹਾਂਜੀ। ਉਹਨਾਂ ਨੇ ਵਾਅਦੇ ਕੀਤੇ ਸੀ, ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਇਹਨਾਂ ਦੇ ਹਿੱਸੇ ਪੈਟਰੋਲ ਪੰਪ ਦੇਣ ਦਾ ਵਾਅਦਾ ਕੀਤਾ ਸੀ, ਗੈਸ ਏਜੰਸੀ ਦੇਣ ਦਾ ਵਾਅਦਾ ਕੀਤਾ ਸੀ। ਤੁਹਾਡਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ, ਰਾਜਨੀਤੀਵਾਨਾਂ ਨਾਲ ਵਾਹ ਵਾਸਤਾ ਪੈਂਦਾ ਰਹਿੰਦਾ, ਕੀ ਕਹੋਗੇ? ਜਦੋਂ ਉਸ ਮੌਕੇ ਲਾਸ਼ ਲੈ ਕੇ ਆਏ ਨੇ ਜੀ ਉਹਨਾਂ ਨੇ ਸਾਰੇ ਵਾਅਦੇ ਕੀਤੇ ਤੇ ਵੀ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਊਗੀ ਅਤੇ ਜਿੰਨੀ ਮਦਦ ਦਿੱਤੀ ਹੈ ਮਦਦ ਵੀ ਦਿੱਤੀ ਜਾਊਗੀ। ਅਤੇ ਸਰਕਾਰਾਂ ਨੇ ਵਾਅਦੇ ਵੀ ਕੀਤੇ ਵੀ 50-50 ਲੱਖ ਰੁਪਏ ਸ਼ਹੀਦਾਂ ਨੂੰ ਦਿੱਤੇ ਜਾਵਾਂਗੇ। ਹਜੇ ਤੱਕ ਕਿਸੇ ਵੀ ਸਰਕਾਰ ਨੇ ਉਹ ਇਹਨਾਂ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਕੋਈ ਪਰਿਵਾਰ ਨੂੰ ਹਜੇ ਤੱਕ ਕੋਈ ਨੌਕਰੀ ਦਿੱਤੀ ਹੈ। ਕੈਪਟਨ ਸਰਕਾਰ ਤਾਂ ਹੁਣ ਵੀ ਕਹਿ ਰਹੀ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰ ਨੂੰ 50 ਲੱਖ ਰੁਪਇਆ ਉਹਨਾਂ ਦੇ ਜਿਹੜੇ ਬੱਚੇ ਨੇ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੰਦੇ ਹਾਂ, ਪਰ ਅਜੇ ਤੱਕ ਇਹ ਪਰਿਵਾਰ
ਇਹਨਾਂ ਸਹੂਲਤਾਂ ਤੋਂ ਬਹੁਤ ਦੂਰ ਬੈਠਾ ਹੈ, ਕੋਹਾਂ ਦੂਰ ਬੈਠਾ ਹੈ। ਅਜੇ ਤੱਕ ਉਹਨਾਂ ਦੇ ਵਾਅਦੇ ਕੀਤੇ ਹੋਏ ਲਾਰੇ ਸਾਬਤ ਹੋਏ ਨੇ। ਕੀ ਕਹਿਣਾ ਚਾਹੋਗੇ? ਹਾਂਜੀ, ਲਾ ਰਹੀ ਨਹੀਂ ਜੀ ਤਾਂ ਵੀ ਅਜੇ ਤੱਕ ਇਹਨਾਂ ਦੀ ਕੋਈ ਸਾਰ ਨਹੀਂ ਲਈਗੀ। ਨਾ ਕਿਸੇ ਬੱਚੇ ਨੂੰ ਕੋਈ ਨੌਕਰੀ ਦਿੱਤੀ ਗਈ, ਦੋਵੇਂ ਬੱਚੇ ਨੇ ਬੇਵਾਰਸ ਨੇਗੇ, ਤੇ ਨਾ ਕੋਈ ਮਤਲਬ ਮਾਲੀ ਸਹਾਇਤਾ ਦਿੱਤੀ ਗਈ ਹੈ। ਇਹਨਾਂ ਨੂੰ ਬਣਦੀ ਮਦਦ ਵੀ ਦਿੱਤੀ ਜਾਵੇ ਤੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇ। ਤੁਸੀਂ ਇੱਕ ਸਰਪੰਚ ਮੋਤਬਾਰ ਤੌਰ ਤੇ, ਪੰਚਾਇਤੀ ਤੌਰ ਤੇ ਕੀ ਕਹਿਣਾ ਚਾਹੋਗੇ ਵੀ ਕੀ ਕਰਨਾ ਚਾਹੀਦਾ ਹੈ? ਮਦਦ ਦੇਣੀ ਚਾਹੀਦੀ ਬੱਚਿਆਂ ਨੂੰ ਨੌਕਰੀ ਵੀ ਦੇਣੀ ਚਾਹੀਦੀ ਜੀ। ਜੋ ਬਣਦਾ ਵਾਅਦੇ ਕੀਤੇ ਨੇ, ਉਦੋਂ ਵੀ ਵਾਅਦੇ ਕੀਤੇ ਤੇ ਜਦੋਂ ਮਤਲਬ ਉਹਦੀ ਡੈੱਡ ਬੋਡੀ ਆਈ ਹੈ ਜੀ ਵੀ ਬੱਚਿਆਂ ਨੂੰ ਨੌਕਰੀ ਦਿੱਤੀ ਜਾਊਗੀ, ਪਰ ਨੌਕਰੀ ਅਜੇ ਤੱਕ ਨਹੀਂ ਦਿੱਤੀ। ਪਿੰਡ ਦੇ ਵਿੱਚ ਜਿਹੜਾ ਸਰਕਾਰਾਂ ਦਾ ਕੰਮ ਸੀਗਾ ਉਹ ਸਰਕਾਰਾਂ ਨੇ ਕਰਨਾ ਸੀ। ਪਿੰਡ ਦੇ ਵਿੱਚ ਕੁਝ ਯਾਦਗਾਰਾਂ ਬਣਦੀਆਂ ਨੇ ਸ਼ਹੀਦਾਂ ਦੇ ਨਾਮ ਤੇ। ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸਿਰਫ 6 ਲੱਖ ਦੀ ਜਿਹੜੀ ਅਮਾਊਂਟ ਹੈ ਇਹਨਾਂ ਹਿੱਸੇ ਆਈ ਹੈ। ਪਿੰਡ ਪੱਧਰ ਤੇ ਹਰੇਕ ਪਿੰਡ ਦੇ ਵਿੱਚ ਸ਼ਹੀਦਾਂ ਦੇ ਨਾਂ ਤੇ ਕੁਝ ਯਾਦਗਾਰਾਂ ਬਣੀਆਂ ਹੁੰਦੀਆਂ ਨੇ, ਪਰ ਅਫਸੋਸ ਕਿ ਤੁਹਾਡੇ ਪਿੰਡ ਅਜੇ ਕੋਈ ਵੀ ਨਾ ਸਟੇਡੀਅਮ, ਨਾ ਕੋਈ ਸੜਕ, ਨਾ ਕੋਈ ਸਕੂਲ ਜਾਂ ਕੋਈ ਵੀ ਹੋਰ ਸ਼ਹੀਦ ਦੇ ਪਰਿਵਾਰ ਤੇ ਕਲੱਬ ਬਣਿਆ ਹੋਇਆ ਹੈ। ਕਹਿੰਦੇ ਉਹ ਕਲੱਬ ਵੀ ਅੱਜ ਕੱਲ੍ਹ ਖਤਮ ਹੋਣ ਕਿਨਾਰੀ ਹੈ। ਕੋਈ ਵੀ ਗਤੀਵਿਧੀ ਜਿਹੜੀ ਨਹੀਂ ਹੈਗੀ ਹੈ। ਕੀ ਕਹੋਗੇ? ਕਲੱਬ ਬਣਾਇਆ ਸੀ ਸ਼ਹੀਦ ਗੁਰਦੇਵ ਸਿੰਘ ਦੇ ਨਾਂ ਤੇ ਜੀ, ਤੇ ਸਰਕਾਰ ਨੇ ਉਹ ਕਲੱਬ ਨੂੰ ਕੁਛ ਨਹੀਂ ਦਿੱਤਾ ਜੀ। ਨਾ ਕੋਈ ਉਹਦੀ ਯਾਦਗਾਰ ਬਣਾਈ, ਨਾ ਕੋਈ ਸਟੇਡੀਅਮ ਵਗੈਰਾ, ਤੇ ਨਾ ਕੋਈ ਲੈਬੋਰਟਰੀ, ਕੋਈ ਚੀਜ਼ ਨਹੀਂ ਹਾਲੇ ਤੱਕ ਉਹਦੇ ਨਾਂ 'ਤੇ ਬਣੀ ਜੀ। ਤੁਸੀਂ ਹੁਣ ਪੰਚਾਇਤੀ ਤੌਰ ਤੇ ਅੱਗੇ ਤੋਂ ਤੁਹਾਡੇ ਤੋਂ ਕੀ ਉਮੀਦ ਕਰ ਸਕਦੇ ਆ ਕਿ ਇਸ ਪਰਿਵਾਰ ਲਈ ਤੁਸੀਂ ਕੀ ਕਰ ਸਕਦੇ ਹੋ? ਅਸੀਂ ਤਾਂ ਇਹੀ ਕਹਿੰਦੇ ਵੀ ਸਰਕਾਰਾਂ ਨੂੰ ਵਾਅਦੇ ਪੂਰੇ ਕਰਨ, ਉਹਨਾਂ ਦੇ ਨਾਂ 'ਤੇ ਕੋਈ ਯਾਦਗਾਰੀ ਬਣਾਉਣ ਪਿੰਡ 'ਚ, ਜੇ ਉਹਨਾਂ ਦਾ ਨਾਂ ਰੋਸ਼ਨ ਰਹੇ। ਹਾਂਜੀ ਦੋਸਤੋ, ਮੇਰੇ ਨਾਲ ਕਸ਼ਮੀਰ ਸਿੰਘ ਸਾਬਕਾ ਸਰਪੰਚ ਨੇ ਗੱਲਬਾਤ ਕੀਤੀ, ਤੇ ਉਮੀਦ ਕਰਦੇ ਹਾਂ ਸਮੇਂ ਦੀਆਂ ਸਰਕਾਰਾਂ ਤੋਂ ਕਿ ਸਾਡੀ ਇਸ ਕਵਰੇਜ ਨੂੰ ਸੁਣਦੇ ਹੋਏ ਛੇਤੀ ਹੀ ਇਹਨਾਂ ਦੀਆਂ ਆਸਾਂ ਨੂੰ ਬੂਰ ਪਵੇ। ਸ਼ੁਕਰੀਆ।